ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਵੀ ਆਉਂਦੀ ਹਾਂ ਸਟੇਜ ਦੇ ਉੱਤੇ ਮੈਂ ਕੁਝ ਐਸੈਂਸ਼ੀਅਲ ਪੁਆਇੰਟਸ ਜਿਹੜੇ ਮੈਨੂੰ ਸੋਸ਼ਲ ਮੀਡੀਆ ਦੇ ਉੱਤੇ ਵੇਖਣ ਵਾਸਤੇ ਮਿਲਦੇ ਨੇ, ਖਾਸ ਕਰਕੇ ਮੇਰੇ ਯੂਥ ਭੈਣ ਭਰਾਵਾਂ ਵਾਸਤੇ। ਸਭ ਤੋਂ ਪਹਿਲਾਂ ਮੈਂ ਪਿਛਲੀ ਵਾਰੀ ਆਈ ਸੀਗੀ ਤੇ ਮੈਨੂੰ ਬਹੁਤ ਸਾਰੇ ਕੁਐਸਚਨ ਹੋਏ ਸੀਗੇ ਨਵਦੀਪ ਬਾਰੇ ਕਿ ਭੈਣ ਤੁਸੀਂ ਉਹਨਾਂ ਵਾਸਤੇ ਕੀ ਕਰ ਰਹੇ ਹੋ। ਔਰ ਮੈਨੂੰ ਮੈਂ ਜਿਵੇਂ ਟਿਕਰੀ ਬਾਰਡਰ 'ਤੇ ਸੀਗੀ ਅਤੇ ਉੱਥੇ ਨਾ ਹੀ ਨੈੱਟ ਚੱਲਦਾ ਸੀਗਾ ਪਿਛਲੇ ਦਿਨੀ ਔਰ ਨਾ ਇਲੈਕਟ੍ਰੀਸਿਟੀ ਹੁੰਦੀ ਸੀਗੀ ਸਾਡੇ ਟੈਂਟ ਦੇ ਵਿੱਚ, ਅਤੇ ਇਲੈਕਟ੍ਰੀਸਿਟੀ ਵੀ ਨਹੀਂ ਸੀਗੀ, ਵਾਈਫਾਈ ਵੀ ਨਹੀਂ ਸੀਗਾ। ਸੋ ਮੈਂ ਨਵਦੀਪ ਬਾਰੇ ਪਤਾ ਕੀਤਾ ਜਿੰਨਾ ਮੇਰੇ ਤੋਂ ਹੋ ਸਕਿਆ ਸਾਰੇ ਐਂਗਲਸ ਤੋਂ। ਸਭ ਤੋਂ ਪਹਿਲਾਂ ਤਾਂ ਉਹਦੇ ਉੱਤੇ 307 ਦਾ ਪਰਚਾ ਹੈ ਔਰ ਉਹਦੇ ਨਾਲ ਕੋਈ ਰੇਪ ਨਹੀਂ ਹੋਇਆ। ਇਹ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਸਾਰਿਆਂ ਨੂੰ, ਬਿਕਾਜ਼ ਬਹੁਤ ਸਾਰੀਆਂ ਫੇਕ ਨਿਊਜ਼ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਆਉਂਦੀਆਂ ਨੇ, ਪਰ ਅਸੀਂ ਉਸ ਫੇਕ ਨਿਊਜ਼ ਦੇ ਪਿੱਛੇ ਪਤਾ ਨਹੀਂ ਕਰ ਪਾਉਂਦੇ, ਹੈ ਨਾ। ਬਹੁਤ ਸਾਰੇ ਲੋਕ ਝੂਠ ਬੋਲਦੇ ਨੇ। ਹਾਂ, ਉਹਦੇ ਨਾਲ ਕੁੱਟਮਾਰ ਜ਼ਰੂਰ ਹੋਈ ਹੈ, ਕਿਉਂਕਿ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਤੁਸੀਂ ਕਿਸੇ ਵੀ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰਦੇ ਹੋ, ਮੈਨੂੰ ਇਹ ਲੱਗਦਾ ਹੈ ਵੀ ਤੁਸੀਂ ਜਦੋਂ ਆਪਣੇ ਹੱਕਾਂ ਵਾਸਤੇ ਲੜਦੇ ਹੋ ਤਾਂ ਪੁਲਿਸ ਇੰਟਰਫੇਅਰ ਕਰਦੀ ਹੈ। ਕਿਸਾਨਾਂ ਵਾਸਤੇ ਜਾਂ ਮਜ਼ਦੂਰਾਂ ਦੀ ਵੇਜਿਸ ਵਾਸਤੇ ਉਹ ਲੜ ਰਹੀ ਸੀ, ਹੱਕਾਂ ਵਾਸਤੇ ਲੜ ਰਹੀ ਸੀਗੀ। ਸਾਨੂੰ ਮਾਣ ਹੈ ਆਪਣੀ ਭੈਣ ਦੇ ਉੱਤੇ, ਔਰ ਐਵੇਂ ਹੀ ਸਾਡੀਆਂ ਭੈਣਾਂ ਨੂੰ ਅੱਗੇ ਆ ਕੇ ਲੜਨਾ ਚਾਹੀਦਾ ਹੈ, ਬਟ ਘਬਰਾਉਣਾ ਨਹੀਂ ਚਾਹੀਦਾ। ਮੈਨੂੰ ਲੱਗਦਾ ਇਹੋ ਜਿਹੇ ਅੰਦੋਲਨਾਂ ਦੇ ਵਿੱਚ 307 ਕੀ ਬਹੁਤ ਤਰ੍ਹਾਂ ਦੇ ਪਰਚੇ ਹੁੰਦੇ ਨੇ, ਕਿਉਂਕਿ ਜਦੋਂ ਤੁਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹੋ ਸਰਕਾਰ ਦੇ ਖਿਲਾਫ, ਤੇ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਨੂੰ ਡਿਸਟਰਬ ਕਰਦੀ ਹੈ। ਸੋ ਇਹ ਬਹੁਤ ਵੱਡੀ ਚੀਜ਼ ਸੀਗੀ ਜਿਹੜੀ ਮੈਨੂੰ ਕਲੀਅਰ ਕਰਨੀ ਸੀਗੀ ਮੇਨ ਸਟੇਜ ਦੇ ਉੱਤੇ ਆ ਕੇ। ਬਾਕੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਮੇਰੇ ਯੂਥ ਅੱਗੇ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਨੇ, ਖਾਸ ਕਰਕੇ ਮੇਰੇ ਭਰਾ ਮੇਰੀਆਂ ਭੈਣਾਂ, ਕਿ ਸਾਡੇ ਜਿਹੜੇ ਕਿਸਾਨ ਆਗੂ ਨੇ, ਸਾਡੇ ਜਿੰਨੇ ਵੀ ਜਥੇਬੰਦੀਆਂ ਦੇ ਲੀਡਰਸ ਨੇ, ਅਸੀਂ ਪਹਿਲੇ ਦਿਨ ਤੋਂ ਉਹਨਾਂ ਦੀ ਅਗਵਾਈ ਦੇ ਨਾਲ ਜੁੜੇ ਸੀਗੇ ਔਰ ਉਹਨਾਂ ਦੀ ਅਗਵਾਈ ਦੇ ਨਾਲ ਇੱਥੇ ਆ ਕੇ ਬੈਠੇ ਸੀਗੇ। ਅਸੀਂ ਜਿੰਨੇ ਵੀ ਕਲਾਕਾਰ ਹਾਂ ਅਸੀਂ ਉਹਨਾਂ ਦੀ ਬਹੁਤ ਰਿਸਪੈਕਟ ਕਰਦੇ ਹਾਂ, ਔਰ ਬੇਸਿਕਲੀ ਕਿਸੇ ਵੀ ਸਟੇਜ ਦੇ ਉੱਤੋਂ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕਿਸਾਨ ਆਗੂਆਂ ਦੀ ਡਿਸਰਿਸਪੈਕਟ ਨਹੀਂ ਹੋਣੀ ਚਾਹੀਦੀ, ਭਾਵੇਂ ਕਿਸੇ ਵੀ ਕਿਸਾਨ ਆਗੂ। ਮੈਂ ਪਿੱਛੇ ਜੇ ਸਪੀਚ ਸੁਣੀ ਸੀਗੀ ਕਿ ਰਾਜੇਵਾਲ ਜੀ ਦੇ ਬਾਰੇ ਕੋਈ ਗਲਤ ਬੋਲ ਰਿਹਾ ਸੀਗਾ। ਮੈਂ ਇਹੀ ਕਹਿਣਾ ਚਾਹੁੰਦੀ ਹਾਂ, ਵੇਖੋ ਉਹ ਸਾਡੇ ਵਾਸਤੇ ਗਵਰਨਮੈਂਟ ਦੇ ਨਾਲ ਟਾਕ ਕਰਦੇ ਨੇ, ਠੀਕ ਹੈ, ਉਹ ਜਾ ਕੇ ਟੇਬਲ ਟਾਕ ਕਰਦੇ ਨੇ। ਜੇ ਅਸੀਂ ਉਹਨਾਂ ਦੀ ਰਿਸਪੈਕਟ ਨਹੀਂ ਕਰਾਂਗੇ ਤਾਂ ਗਵਰਨਮੈਂਟ ਕਿੱਥੋਂ ਰਿਸਪੈਕਟ ਕਰੂਗੀ। ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਉਹਨਾਂ ਦੀ, ਉਹਨਾਂ ਬਾਰੇ ਕੁਝ ਗਲਤ ਨਹੀਂ ਬੋਲਣਾ ਚਾਹੀਦਾ, ਹੈ ਨਾ। ਆਪਾਂ ਨੂੰ ਜੇ ਕੋਈ ਗਿਲਾ ਸ਼ਿਕਵਾ ਹੈਗਾ ਆ, ਅਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਗੱਲ ਕਰ ਸਕਦੇ ਹਾਂ। ਮੈਨੂੰ ਲੱਗਦਾ ਵੀ ਆਪਾਂ ਸਾਰੀ ਇੱਕ ਫੈਮਿਲੀ ਵਾਂਗੂ ਬੈਠੇ ਹਾਂ। ਘਰ ਦੇ ਵਿੱਚ ਵੀ 100 ਪ੍ਰੋਬਲਮਸ ਹੁੰਦੀਆਂ ਨੇ, ਘਰ 'ਚ ਆਪਾਂ ਲੜ ਲੈਂਦੇ ਹਾਂ, ਇੱਕ ਕਮਰੇ ਦੇ ਵਿੱਚ ਬਹਿ ਕੇ ਜਾ ਕੇ ਸੌਟ ਆਊਟ ਕਰ ਲੈਂਦੇ ਹਾਂ। ਜੇ ਤੁਹਾਨੂੰ ਕਿਸੇ ਵੀ ਲੀਡਰ ਤੋਂ ਕੋਈ ਪ੍ਰੋਬਲਮ ਆ, ਤੁਸੀਂ ਉਹਨਾਂ ਦੇ ਕੋਲ ਜਾ ਕੇ ਬਹਿ ਕੇ ਗੱਲ ਕਰ ਸਕਦੇ ਹੋ, ਬਜਾਏ ਕਿ ਆਪਾਂ ਆਪਣੀ ਭੰਡੀ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਗਲਤ ਕਿਸੇ ਵੀ ਤਰੀਕੇ ਦੀਆਂ ਗੱਲਾਂ ਕਰਕੇ। ਕਿਉਂਕਿ ਆਪਾਂ ਨੂੰ ਆਪਣੇ ਲੂਪ ਜਾਂ ਕਿਸੇ ਵੀ ਤਰੀਕੇ ਦੀ, ਜਿਵੇਂ ਅੱਗੇ RSS ਨੇ ਜੋ 26 ਤਰੀਕ ਨੂੰ ਕੀਤਾ ਹੈ, ਅਸੀਂ ਉਹ ਭੁੱਲਣਾ ਚਾਹ ਰਹੇ ਹਾਂ ਉਹ ਮਿਸਟੇਕ ਨੂੰ, ਹੈ ਨਾ। ਵੀ ਧਰਮ ਦੇ ਨਾਮ ਦੇ ਉੱਤੇ ਦੰਗੇ ਫਸਾਦ ਕਰਾਉਣਾ ਉਹਨਾਂ ਦੀ ਨੀਤੀ ਆ, ਜਿਵੇਂ ਗੁਜਰਾਤ ਦੇ ਵਿੱਚ ਕੀਤੇ ਜਾਂ ਜਾਟ ਅੰਦੋਲਨ 'ਚ ਕੀਤਾ। ਹੁਣ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਹਿੰਦੂ ਸਿੱਖ ਭਾਈਚਾਰਾ ਇਸ ਟਾਈਮ 'ਤੇ ਇਸ ਸਟੇਜ ਦੇ ਉੱਤੇ ਹੈ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ, ਇਸ ਤੋਂ ਵੱਡਾ ਕੋਈ ਜਵਾਬ ਨਹੀਂ ਹੋ ਸਕਦਾ ਮੋਦੀ ਸਰਕਾਰ ਨੂੰ ਕਿ ਅਸੀਂ ਸਾਰੇ ਇਕੱਠੇ ਹਾਂ ਔਰ ਇਹ ਸਾਡਾ ਇੱਕ ਲੋਕ ਸਟੇਜ ਹੈ। ਇੱਥੇ ਕੋਈ ਖਾਲਿਸਤਾਨੀ ਨਹੀਂ ਬੈਠੇ, ਜਾਂ ਇੱਥੇ ਇਕੱਲੇ ਕਾਮਰੇਡ ਨਹੀਂ ਬੈਠੇ, ਜਾਂ ਇੱਥੇ ਕੋਈ ਮਾਓਵਾਦੀ ਨਹੀਂ ਬੈਠੇ। ਇੱਥੇ ਸਾਰੇ ਭਾਈਚਾਰੇ ਦੇ ਲੋਕ ਬੈਠੇ ਨੇ ਔਰ ਅਸੀਂ ਭਾਰਤ ਦੇ ਦੇਸ਼ ਨਿਵਾਸੀ ਹਾਂ। ਸੋ ਮੇਰੀ ਦਿਲੋਂ ਰਿਕੁਐਸਟ ਹੈ ਕਿ ਤੁਸੀਂ ਸਾਰੇ ਜਾਣੇ ਜਿੱਥੇ ਵੀ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹੋ ਕਿ ਜਿੱਥੇ ਵੀ ਸਾਡੇ ਕਿਸੇ ਵੀ ਜਥੇਬੰਦੀ ਦੇ ਲੀਡਰਸ ਦੀ ਕੋਈ ਡਿਸਰਿਸਪੈਕਟ ਕਰ ਰਿਹਾ ਜਾਂ ਕੋਈ ਗੱਲ ਕਰ ਰਿਹਾ ਜਾਂ ਕੋਈ ਸਟੇਜ 'ਤੇ ਵੀ ਬੋਲਦਾ ਹੈ, ਤੁਸੀਂ ਆਪ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਜਾਂ ਇੱਕ ਵੋਲੰਟੀਅਰ ਬਣ ਕੇ ਉਹਨਾਂ ਨੂੰ ਰੋਕ ਸਕਦੇ ਹੋ। ਬਿਕਾਜ਼ ਜੇ ਆਪਾਂ ਉਹਨਾਂ ਦੀ ਇੱਜ਼ਤ ਨਹੀਂ ਕਰਾਂਗੇ ਨਾ, ਤਾਂ ਸਰਕਾਰ ਨੂੰ ਤੇ ਅੱਗੇ ਇਹੋ ਜਿਹੀਆਂ ਗੱਲਾਂ ਚਾਹੀਦੀਆਂ ਨੇ ਕਿ ਉਹ ਉਹਨਾਂ ਦੀ ਡਿਸਰਿਸਪੈਕਟ ਨਾ ਕਰਨ। ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਚੱਲਣ ਦੀ ਲੋੜ ਹੈ ਇਸ ਟਾਈਮ ਦੇ ਉੱਤੇ, ਔਰ ਮਿਲ ਜੁਲ ਕੇ ਚੱਲਣਾ ਚਾਹੀਦਾ ਹੈ। ਔਰ ਆਪਣੀ ਕਿਸਾਨ ਜਥੇਬੰਦੀਆਂ ਦੀ ਜੋ ਵੀ ਅਗਵਾਈ ਹੈ, ਔਰ ਬੇਸਿਕਲੀ ਸਭ ਤੋਂ ਜ਼ਿਆਦਾ ਪ੍ਰੈਸ਼ਰ ਇਸ ਤਰੀਕੇ ਨਾਲ ਬਣ ਸਕਦਾ ਹੈ ਸਰਕਾਰ ਦੇ ਉੱਤੇ ਕਿ ਜੇ ਆਪਾਂ ਸਿਰਫ ਇਸ ਟਾਈਮ ਦੇ ਉੱਤੇ ਮੁੱਦਾ ਕੀ ਬਣਿਆ। ਕੱਲ੍ਹ ਮੈਂ ਕੈਨੇਡਾ ਇੱਕ ਇੰਟਰਵਿਊ ਕਰ ਰਹੀ ਸੀਗੀ ਜੀ, ਉੱਥੇ ਸਿਰਫ ਗੱਲ ਚੱਲਦੀ ਹੈ ਦੀਪ ਸਿੱਧੂ ਬਾਰੇ ਜਾਂ ਫਿਰ ਲੱਖਾ ਸਿਧਾਣਾ ਬਾਰੇ। ਬਟ ਮੈਂ ਰਿਕੁਐਸਟ ਕਰਦੀ ਹਾਂ ਵੀ ਇਸ ਅੰਦੋਲਨ ਦੇ ਬਹੁਤ ਸਾਰੇ ਹੋਰ ਵੀ ਲੋਕੀ ਪਾਰਟਿਸਿਪੇਟ ਕਰ ਰਹੇ ਨੇ। ਮੇਰੀਆਂ ਮਾਵਾਂ ਭੈਣਾਂ ਇੱਥੇ ਬੈਠੀਆਂ ਨੇ, ਦਿਨ ਰਾਤ ਇੱਥੇ ਬੈਠੀਆਂ ਰਹਿੰਦੀਆਂ ਨੇ, ਮੇਰੇ ਬਜ਼ੁਰਗ ਬਾਬੇ ਇੱਥੇ ਬੈਠੇ ਰਹਿੰਦੇ ਨੇ, ਮੇਰੇ ਕਿੰਨੇ ਬਜ਼ੁਰਗਾਂ ਦੀ ਇੱਥੇ ਸ਼ਹਾਦਤ ਹੋ ਗਈ। ਆਪਾਂ ਉਹਨਾਂ ਬਾਰੇ ਕਿਉਂ ਨਹੀਂ ਗੱਲ ਕਰਦੇ? ਉਹਨਾਂ ਦਾ ਕੀ ਯੋਗਦਾਨ ਆ? ਉਹਨਾਂ ਦਾ ਵੀ ਤੇ ਇਕੁਅਲ ਯੋਗਦਾਨ ਆ ਨਾ। ਪਹਿਲੇ ਦਿਨ ਤੋਂ ਆ ਕੇ ਬੈਠੇ ਆਪਾਂ ਉਹਨਾਂ ਬਾਰੇ ਕਿਉਂ ਗੱਲ ਕਰਦੇ ਹਾਂ ਜਿਨ੍ਹਾਂ ਬਾਰੇ ਆਪਾਂ ਗੱਲ ਨਹੀਂ ਕਰਨਾ ਚਾਹੁੰਦੇ ਇਸ ਟਾਈਮ ਦੇ ਉੱਤੇ। ਆਪਾਂ ਨੂੰ ਸਿਰਫ ਗੱਲ ਕਰਨੀ ਚਾਹੀਦੀ ਆਪਣੇ 3 ਬਿੱਲਾਂ ਬਾਰੇ,
ਆਪਣੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਬਿੱਲ ਬਾਰੇ ਕਿ ਅਸੈਂਸ਼ੀਅਲ ਕਮੋਡਿਟੀ ਐਕਟ ਕੀ ਆ। ਜਮਾਖੋਰੀ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀ ਚਾਹੀਦੀ। ਇਹ ਇੱਕ ਇੱਕ ਬੱਚੇ ਨੂੰ, ਇੱਕ ਇੱਕ ਭਰਾ ਨੂੰ, ਇੱਕ ਇੱਕ ਭੈਣ ਨੂੰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਟਰੋਂਗਲੀ ਪਾਉਣਾ ਚਾਹੀਦਾ ਆ। ਆਪਾਂ ਨੂੰ ਇਸ ਟਾਈਮ ਦੇ ਉੱਤੇ ਕਿਸੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਨਾ 26 ਤਰੀਕ ਦੀ ਗੱਲ ਕਰਨੀ ਚਾਹੀਦੀ ਹੈ, ਨਾ ਕਿਸੇ ਬੰਦੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਉਹਦਾ ਇਸ ਅੰਦੋਲਨ ਦੇ ਵਿੱਚ ਕੀ ਪਾਰਟਿਸਪੇਸ਼ਨ ਆ। ਮੈਨੂੰ ਲੱਗਦਾ ਵੀ ਮੇਰੇ ਬਾਬਿਆਂ ਨਾਲੋਂ ਜਾਂ ਮੇਰੀਆਂ ਬੀਬੀਆਂ ਨਾਲੋਂ ਜਿਹੜਾ ਘਰ-ਬਾਰ ਛੱਡ ਕੇ ਇੱਥੇ ਬੈਠੇ, ਇਹਨਾਂ ਤੋਂ ਜ਼ਿਆਦਾ ਇੰਪੋਰਟੈਂਟ ਕੋਈ ਨਹੀਂ ਹੈਗਾ। ਇਹਨਾਂ ਤੋਂ ਇੰਪੋਰਟੈਂਟ ਕੋਈ ਹੋ ਵੀ ਨਹੀਂ ਸਕਦਾ। ਜਿਹੜੇ ਵਿਚਾਰੇ ਟਰਾਲੀਆਂ ਦੇ ਵਿੱਚ ਸੌਂਦੇ ਨੇ, ਜਿਹੜੇ ਆਪਣਾ ਘਰ-ਬਾਰ ਛੱਡ ਕੇ ਇੱਥੇ ਬੈਠੇ ਨੇ, ਇਹਨਾਂ ਤੋਂ ਜ਼ਿਆਦਾ ਹੋਰ ਸਟਾਰ ਕੌਣ ਹੋ ਸਕਦਾ ਆ। ਆਪਾਂ ਕਿਸੇ ਨੂੰ ਕਿਉਂ ਕ੍ਰੈਡਿਟ ਦਈਏ? ਆਪਾਂ ਨੂੰ ਕ੍ਰੈਡਿਟ ਨਹੀਂ ਚਾਹੀਦਾ। ਇੱਥੇ ਆਪਾਂ ਸਿਰਫ 3 ਬਿੱਲਾਂ ਦੀ ਗੱਲ ਕਰਨ ਵਾਸਤੇ ਆਏ ਹਾਂ। ਸਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਵੀ ਕੋਈ ਕਿਸੇ ਦੇ ਬਾਰੇ ਗੱਲ ਕਰਦਾ ਜਾਂ ਕੋਈ ਇੰਟਰਵਿਊ 'ਚ ਵੀ ਗੱਲ ਕਰਦਾ, ਕਹਿੰਦੇ ਨਾ ਪਹਿਲਾਂ ਆਪਾਂ ਕੰਗਨਾ ਨੂੰ ਅਵੋਇਡ ਸੈਕਟਰ ਦੇ ਵਿੱਚ ਪਾਇਆ ਸੀਗਾ। ਅਸੀਂ ਇਹੀ ਕਹਿ ਸਕਦੇ ਹਾਂ, ਵੇਖੋ ਜੀ ਇਸ ਅੰਦੋਲਨ ਦੇ ਵਿੱਚ ਪਰਚੇ ਹਰ ਕਿਤੇ ਹੁੰਦੇ ਆ ਔਰ ਹਰ ਕੋਈ ਜ਼ਿੰਮੇਵਾਰ ਆ। ਅੱਜ ਮੈਂ ਇਸ ਅੰਦੋਲਨ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹਾਂ। ਮੇਰੇ ਫਾਦਰ ਸਾਹਿਬ ਨੇ ਕੀਤਾ ਸੀਗਾ, ਹੈ ਨਾ। ਸਾਰਿਆਂ ਨੂੰ ਆਪਾਂ ਆਪਣੀ ਜਾਨ ਤਲੀ ਤੇ ਰੱਖ ਕੇ ਤੁਰਦੇ ਹਾਂ। ਜਦੋਂ ਆਪਾਂ ਕਿਸੇ ਚੀਜ਼ ਦੇ ਉੱਤੇ ਤੁਰਦੇ ਹਾਂ, ਕੱਲ੍ਹ ਨੂੰ ਮੇਰੇ 'ਤੇ ਕੋਈ ਪਰਚਾ ਹੁੰਦਾ ਹੈ ਜਾਂ ਮੈਂ ਸਰਕਾਰ ਦੇ ਖਿਲਾਫ ਬੋਲਦੀ ਹਾਂ, ਈਡੀ ਦਾ ਵੀ ਡਰ ਪਾਉਂਦੇ ਨੇ। ਸਾਰੇ ਬਾਲੀਵੁੱਡ ਸਟਾਰਸ ਨਹੀਂ ਖੋਲ੍ਹ ਕੇ ਬੋਲਦੇ ਬਿਕਾਜ਼ ਉਹਨਾਂ ਨੂੰ ਇਨਕਮ ਟੈਕਸ ਦਾ ਜਾਂ ਈਡੀ ਦਾ ਡਰ ਹੁੰਦਾ ਆ ਜਾਂ ਕੰਮ ਦਾ ਡਰ ਹੁੰਦਾ ਆ। ਜੋ ਤੁਸੀਂ ਆਪਣਾ ਸਾਰਾ ਕਰੀਅਰ ਬਾਹਰ ਕੰਮਕਾਰ ਛੱਡ ਕੇ ਇੱਥੇ ਬੈਠੇ ਜੋ, ਫਿਰ ਤੁਹਾਨੂੰ ਡਰਨ ਦੀ ਲੋੜ ਹੀ ਨਹੀਂ ਕਿਸੇ ਵੀ ਗੱਲ ਦੀ। ਮੈਂ ਆਪਣੀ ਜ਼ਿੰਮੇਵਾਰੀ ਖੁਦ ਚੁੱਕਦੀ ਹਾਂ। ਮੇਰੇ ਤੇ ਜੇ ਕੱਲ੍ਹ ਨੂੰ ਕੋਈ ਪਰਚਾ ਹੁੰਦਾ ਹੈ ਜਾਂ ਮੇਰੇ ਤੇ ਕੁਛ ਨਾ ਕੁਛ ਹੁੰਦਾ, ਮੈਂ ਆਪਣੀ ਜ਼ਿੰਮੇਵਾਰੀ ਖੁਦ ਚੁੱਕਦੀ ਹਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਕਿਸਾਨ ਜਥੇਬੰਦੀ ਦੇ ਲੀਡਰਸ ਨੂੰ ਕਿਸੇ ਤਰੀਕੇ ਦੀ ਟੈਨਸ਼ਨ ਦੇਵਾਂ। ਉਹਨਾਂ ਕੋਲ ਤੇ ਆਲਰੇਡੀ ਬਹੁਤ ਜ਼ਿਆਦਾ ਸਟ੍ਰੈਸ ਆ ਇਸ ਟਾਈਮ ਦੇ ਉੱਤੇ। ਇੰਨੇ ਸਾਰੇ ਲੋਕੀ ਆ ਇੱਥੇ, ਉਹਨਾਂ ਦੀ ਜ਼ਿੰਮੇਵਾਰੀ ਕਿ ਉਹਨਾਂ ਨੂੰ ਡਿਸਿਪਲਿਨ ਤਰੀਕੇ ਦੇ ਨਾਲ ਰੱਖਣਾ ਆ, ਸਰਕਾਰ ਦੇ ਨਾਲ ਇੱਕ ਪ੍ਰੈਸ਼ਰ ਬਣਾ ਕੇ ਗੱਲ ਕਰਨੀ ਆ। ਜੇ ਆਪਾਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤੇ ਕੌਣ ਦਊਗਾ? ਇਸ ਟਾਈਮ ਤੇ ਆਪਾਂ ਨੂੰ ਯੂਨਿਟੀ ਦੀ ਲੋੜ ਆ। ਇਸ ਟਾਈਮ ਤੇ ਆਪਾਂ ਨੂੰ ਲੋਕਾਂ ਦੀ ਲੋੜ ਆ। ਇਕੱਠੇ ਹੋ ਕੇ, ਇਕਜੁੱਟ ਹੋ ਕੇ ਸਾਰਿਆਂ ਨੂੰ ਬਹਿਣ ਦੀ ਲੋੜ ਹੈ, ਉਹਨਾਂ ਦਾ ਸਾਥ ਦੇਣ ਦੀ ਲੋੜ ਹੈ, ਤਾਂ ਕਿ ਆਪਾਂ ਸਾਰੇ ਮਿਲ ਜੁਲ ਕੇ ਦਬਾਅ ਬਣਾਈਏ ਸਰਕਾਰ ਦੇ ਉੱਤੇ, ਤਾਂ ਕਿ ਆਪਾਂ ਜਿਹੜੇ ਐਕਟਸ ਆ, ਜਿਹੜਾ ਅਸੈਂਸ਼ੀਅਲ ਕਮੋਡਿਟੀ ਐਕਟ, ਜਮਾਖੋਰੀ ਵਾਲਾ ਐਕਟ, ਜੇ ਇਹ ਕੈਂਸਲ ਹੋ ਗਿਆ ਨਾ, ਸਾਰੇ ਅੰਬਾਨੀ ਅੰਡਾਨੀ ਭੱਜ ਜਾਣਗੇ ਕਿਉਂਕਿ ਉਹਨਾਂ ਦਾ ਬਿਜ਼ਨਸ ਨਹੀਂ ਹੋ ਸਕਦਾ ਇਸ ਤੋਂ ਇਲਾਵਾ। ਬਸ ਆਪਾਂ ਨੂੰ ਇਸ ਟਾਈਮ ਤੇ ਬਿੱਲਾਂ ਦੇ ਉੱਤੇ ਗੱਲ ਕਰਨ ਦੀ ਲੋੜ ਹੈ ਸਾਰਿਆਂ ਨੂੰ, ਬਜਾਏ ਕਿ ਕਿਸੇ ਹੋਰ ਬੰਦੇ ਬਾਰੇ ਗੱਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।